मंदिर खुदाए पाक का प्यारो तुम ही तो हो, कर उसका पाक रखना वो भी तुम ही तो हो, वो भी तुम ही तो हो। मंदिर खुदाए पाक का प्यारो तुम ही तो हो, घर। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ। ਸਾਰੀ ਧਰਤੀ ਦੇ ਉੱਤੇ ਇੱਕੋ ਹੀ ਮਹਾਰਾਜਾ ਹੈ ਜੋ ਮਨੁੱਖਾਂ ਦੇ ਜੀਵਨ ਦੇ ਵਿੱਚ ਆਪਣਾ ਸਾਹ ਫੂਕ ਕੇ ਉਹਨਾਂ ਨੂੰ ਜੀਵਨ ਦੇਣ ਵਾਲਾ ਪ੍ਰੇਮੀ ਪਰਮੇਸ਼ਰ ਹੈ। ਪਰ ਅੱਜ ਤੂੰ ਸਾਨੂੰ ਆਪਣੇ ਪੁੱਤਰ ਵਿੱਚ ਜੀਵਨ ਦਿੰਦਾ ਹੈ ਜਿਹੜਾ ਨਿਸ਼ਚਾ ਕਰਦਾ ਹੈ। ਇਸ ਲਈ ਅੱਜ ਜਦੋਂ ਅਸੀਂ ਤੇਰੇ ਵਚਨ ਦਾ ਵਿਕਾਸ਼ਵਾ ਕਰੀਏ ਤਾਂ ਹਰ ਇੱਕ ਜਿਉਂਦੀ ਜਾਨ ਜੋ ਪਰਮੇਸ਼ਰ ਪਿਤਾ ਇਸ ਧਰਤੀ 'ਤੇ ਹੈ ਤੇਰੇ ਵਚਨ ਦੇ ਨਾਲ ਜੀਵੰਤ ਹੋ ਜਾਏ। ਜੋ ਜੀਵੰਤ ਹੈ ਉਹ ਜਿਉਂਦੀ ਆਸ ਦੇ ਲਈ ਤੇਰੇ ਵਿੱਚ ਕਰੇ। ਅਜਿਹਾ ਹੋਣ ਦੇ ਲਈ ਮਦਦ ਕਰ ਇਸ ਵਚਨ ਨੂੰ ਅਤੇ ਵਚਨ ਸੁਣਾਉਣ ਵਾਲੇ ਨੂੰ ਔਰ ਸੁਣਨ ਵਾਲਿਆਂ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ ਉਹ ਦੂਸਰਾ ਕਰੰਥੀਆਂ 6 ਅਧਿਆਇ ਉਸ ਦੀ 16 ਆਇਤ ਦੇ ਵਿੱਚੋਂ ਲਿਆ ਹੈ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਪਰਮੇਸ਼ਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ, ਅਸੀਂ ਤਾਂ ਜਿਉਂਦੇ ਪਰਮੇਸ਼ਰ ਦੀ ਹੈਕਲ ਹਾਂ। ਜਿਵੇਂ ਪਰਮੇਸ਼ਰ ਨੇ ਵਚਨ ਕੀਤਾ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਵਿਸ਼ਾ ਲਿਆ ਹੈ, ਜਿਉਂਦੇ ਪਰਮੇਸ਼ਰ ਦਾ ਮੰਦਰ, ਜਿਉਂਦੇ ਪਰਮੇਸ਼ਰ ਦੀ ਹੈਕਲ। ਪੌਲਸ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਲੋਕਾਂ ਅਤੇ ਕੁਧਰਮੀ ਲੋਕਾਂ ਜਾਂ ਵਸਤਾਂ ਵਿਚਕਾਰ ਕੁਧਰਮੀ ਵਿਰੁੱਧ ਪੌਲਸ ਦੀ ਦਲੀਲ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਇਸ ਦਾ ਟੀਚਾ ਕੁਰੰਥ ਦੇ ਵਿਸ਼ਵਾਸੀਆਂ ਨੂੰ ਬੁੱਤ ਪੂਜਾ ਦੇ ਨਾਲ ਸਹਿਯੋਗੀ ਹੋਣ ਤੋਂ ਦੂਰ ਰੱਖਣਾ ਸੀ ਜੋ ਉਹਨਾਂ ਦੇ ਸਮਾਜ ਵਿੱਚ ਹਾਵੀ ਸੀ ਅਤੇ ਜਿਸ ਵਿੱਚ ਉਹਨਾਂ ਵਿੱਚੋਂ ਬਹੁਤਿਆਂ ਨੇ ਮਸੀਹ ਵਿੱਚ ਆਉਣ ਤੋਂ ਪਹਿਲਾਂ ਭਾਗ ਲਿਆ ਹੋਇਆ ਸੀ। ਪਰਮੇਸ਼ਰ ਆਪਣੇ ਇਸ ਵਚਨ ਦੇ ਵਿੱਚ ਇੱਕ ਮਹਾਨ ਕੰਮ ਮੇਰੇ ਅਤੇ ਆਪ ਦੇ ਲਈ, ਇਸ ਜਿਉਂਦੇ ਮੰਦਰ ਦੇ ਲਈ ਗੱਲ ਕਰ ਰਿਹਾ ਹੈ। ਮੇਰਾ ਦਿਲ, ਮੇਰਾ ਸਰੀਰ ਪਰਮੇਸ਼ਰ ਦਾ ਨਿਵਾਸ ਸਥਾਨ ਹੋਣਾ ਚਾਹੀਦਾ ਹੈ। ਮੇਰਾ ਅਤੇ ਮੇਰੀ ਮੰਡਲੀ ਵੀ ਉਸ ਪਰਮੇਸ਼ਰ ਦਾ ਨਿਵਾਸ ਹੋਣਾ ਚਾਹੀਦਾ ਹੈ। ਪਰਮੇਸ਼ਰ ਦਾ ਘਰ ਬਣਾਉਣਾ ਹੋਵੇ ਤਾਂ ਸਰਵਪ੍ਰਥਮ ਸਾਡਾ ਸਰੀਰ ਪਰਮੇਸ਼ਰ ਦਾ ਮੰਦਰ ਬਣਨਾ ਚਾਹੀਦਾ ਹੈ। ਪੌਲਸ ਕੁਰੰਥ ਦੇ ਵਿੱਚ ਇਹ ਕਮੀਆਂ ਦੇਖ ਚੁੱਕਾ ਸੀ ਔਰ ਉਹਨਾਂ ਕਮੀਆਂ ਨੂੰ ਜੋ ਕੁਰੰਥ ਦੇ ਵਿਸ਼ਵਾਸੀਆਂ ਦੇ ਅੰਦਰ ਆ ਚੁੱਕੀ ਸੀ, ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਸਿੱਧੇ ਤੌਰ ਤੇ ਸਮਝਾ ਰਿਹਾ ਹੈ। ਅਗਰ ਦੇਖੀਏ ਤਾਂ ਪਹਿਲਾ ਕੁਰੰਥੀਆਂ 8 ਅਧਿਆਏ ਦੇ ਵਿੱਚ ਵੀ ਉਸ ਨੇ ਮੂਰਤ ਪੂਜਾ ਦੇ ਉੱਤੇ ਕੁਰੰਥ ਦੇ ਲੋਕਾਂ ਦੇ ਵਿੱਚ ਗੱਲ ਕੀਤੀ। ਕਿਉਂਕਿ ਕੁਰੰਥ ਦੇ ਲੋਕ, ਕੁਰੰਥ ਇੱਕ ਇਹੋ ਜਿਹੀ ਬੰਦਰਗਾਹ ਸੀ ਜਿਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਲੋਕ ਅਲੱਗ-ਅਲੱਗ ਜਗ੍ਹਾ ਦੇ ਉੱਤੇ ਵਪਾਰ ਦੇ ਮਾਧਿਅਮ ਦੇ ਵਿੱਚ ਇਕੱਠੇ ਹੁੰਦੇ ਸੀ ਅਤੇ ਉਸ ਜਗ੍ਹਾ ਦੇ ਉੱਤੇ ਐਸ਼ੋ ਆਰਾਮ ਦੇ ਲਈ ਕਈ ਲੋਕ ਉਸ ਜਗ੍ਹਾ ਦੇ ਉੱਤੇ ਅਲੱਗ-ਅਲੱਗ ਆਨੰਦ ਦੇ ਵਿੱਚ ਭਟਕ ਜਾਂਦੇ ਸੀ। ਇਸ ਕਰਕੇ ਪੌਲਸ ਇਸ ਜਗ੍ਹਾ ਦੇ ਉੱਤੇ ਮੂਰਤ ਜੋ ਬਣੀ ਹੈ ਉਹਦੀ ਗੱਲ ਨਹੀਂ ਕਰ ਰਿਹਾ, ਇੱਕ ਅਜਿਹੀ ਮੂਰਤ ਦੀ ਵੀ ਗੱਲ ਕਰ ਰਿਹਾ ਹੈ ਜੋ ਧਨ, ਭੋਗ ਵਿਲਾਸ, ਜਸ਼ ਅਤੇ ਭੌਤਿਕ ਵਸਤਾਂ ਦੇ ਨਾਲ ਉਹਨਾਂ ਦੇ ਮਨ ਵਿੱਚ ਬਣ ਕੇ ਬਹਿ ਗਈ ਸੀ
और जिस दा वो अपने इस शरीर नूं जिहड़ा जिउंदे परमेश्वर दा मंदिर है उस दा दुरुपयोग कर रहे सी। अज दियां मंडलियां दे विच, अज दियां कलीसियावां दे विच ये सब कुछ हो रहा है और वेखण नूं आउंदा भी है। ये नहीं कि वो मूर्त, उन्होंने पता है मूर्त, पर जिहड़ियां गल्लां मैं आप नूं दस चुका हाँ, धन, भोग विलास, मोह माया, यश अते भौतिक वस्तु, ये अंदर विश्वासियों दे विच आ चुके और इस चमकदे संसार दे विच, इस समय दे विच बड़े बड़े विश्वासी इस मंदिर दा अपने आप दे विच एक कलंक दा चिन्ह बन चुके हैं। और ये चीज़ां मैं वेखदा भी हाँ, इसलिए जदों मैं इस वचन नूं पढ़िया तो मेरे सामने ये गल्लां आईयां। सर्वप्रथम असी इसराइल की गल करते हैं जिथे पौलुस रसूल ने उन्हां दे हवाले नूं पुराने नियम तो लिया। की कहंदा है इत्थे, कहंदा मैं परमेश्वर ने वचन किया मैं उन्हां विच वास करांगा अते फिरिया करांगा, मैं उन्हां दा परमेश्वर होवांगा अते वो मेरी प्रजा होगी। पुराने नियम दे विच कूच दी पुस्तक 29:45 दे विच लिया गया हिस्सा है और उस तो उपरांत लेवियां दी पुस्तक 26:12 विच लिया गया हिस्सा है। उस तो उपरांत हिजकियल दी पुस्तक 37:27 दे विच लिया गया हिस्सा। 3 जगह दे उत्ते अलग अलग तरीक़िਆਂ ਦੇ ਨਾਲ ਇਹ ਹਿੱਸਾ ਇਸਰਾਇਲ ਦੇ ਲਈ ਹੈ ਔਰ ਯਹੂਦੀਆਂ ਨੂੰ ਇਸ ਚੀਜ਼ ਦੇ ਉੱਤੇ ਪਰਮੇਸ਼ਵਰ ਨੇ ਪਹਿਲੀ ਕਮਾਂਡ ਦੇ ਵਿੱਚ ਹੀ ਉਹਨਾਂ ਦੇ ਅੱਗੇ ਆਪਣੇ ਆਪ ਨੂੰ ਪਰੋ ਕੇ ਰੱਖਿਆ ਹੋਇਆ ਸੀ। ਕੀ ਕਿਹਾ ਸੀ? ਮੇਰੇ ਸਨਮੁਖ ਤੁਹਾਡੇ ਅੱਗੇ ਪਰਾਏ ਦੇਵਤੇ ਨਾ ਮੂਰਤ ਨਾ ਹੋ। अगर होंदी है तो बाणी दे विच लिखिया है मैं जल उठण वाला परमेश्वर हाँ, मैं तुहाडियां पीढ़ियां पीढ़ियां इसका बदला। इसराइल दे लई ये बहुत ही गंभीर परमेश्वर की आज्ञा सी और उस आज्ञा दे विच मैं पिछले कल भी जिद्दां मैसेज दिता है उस दे विच मैं आप नूं दस्सिया कि परमेश्वर उन्हां दे विच जिउंदा परमेश्वर सी, उन्हां नूं लैके चलदा सी, उन्हां दी अगवाई करदा सी, उन्हां दी हर एक नीड पूरी करदा सी। वो चलदा फिरदा मंदिर सी पर वो मंदिर दे प्रति वफादार सी। फिर परमेश्वर ने इस मंदिर नूं जो संपूर्ण मनुख जाति दे विच है, जो परमेश्वर दी बनाई हुई हैकल है, उसने बचाउण दे लई स्वयं अपने प्यारे पुत्र नूं तैयार किया इस हैकल नूं शुद्ध करन दे लई, क्योंकि यह हैकल अशुद्ध हो चुकी सी। परमेश्वर दे नियम दे अनुसार भी यह हैकल दे विच धन दियां बहुत सारियां गल्लां इसराइलियां दे विच आ चुकियां सी, यश दियां गल्लां इसराइलियां दे विच आ चुकियां सी, भोग विलास दियां गल्लां इसराइलियां दे विच आ चुकियां सी, भौतिक वस्तां दे नाल अपने आप नूं तृप्त करना इसराइल दे विच आ चुका सी। परमेश्वर दी भगती इस मंदिर दे विच लोप हो रही सी, वो पाप दे नाल भर रही सी। परमेश्वर ने इस मंदिर नूं शुद्ध करन दे लई स्वयं अपने पुत्र नूं तैयार कीता कालवरी क्रूस दे बलिदान देण दे लई और यह हैकल उसके लहू दे नाल नहलाई गई, शुद्ध की गई। वो पवित्र लहू जिस दे बारे इब्रानियां दे विच लिखिया है बिना लहू बहाए पापां दी माफी हुंदी ही नहीं सी। यह हैकल पाप दे नाल तबाह हो चुकी सी, यह हैकल पाप दे नाल बर्बाद हो चुकी सी, यह हैकल पाप दे नाल उदासीनता दे विच चली गई सी। इस नूं परमेश्वर ने मुड़ पुनर्जागृत करन दे लई अपने आप नूं मनुखी रूप धार के यसु मसीह दे विच इस दुनिया दे विच जन्म लैके इस
हैकल नूं पवित्र करन दे लई एक एक कारज, एक एक तसीहा कालवरी क्रूस के उत्ते चलिया। और जदों उसने चलिया कालवरी क्रूस के उत्ते, तां इस हैकल नूं जदों इस दा पूरा कारज पवित्र करन दे लई कर चुकिया, तद उसने किया पूरा है। मेरे प्यारे असीस, पूरा है। अज ये हैकल किवें पवित्र होती है? प्रभु यीशु मसीह दे लहू दे नाल। यीशु दा लहू, पहला यूहन्ना उसका 1 अध्याय उसकी 7 आयत और 9 आयत दे विच इस तरह लिखा है, यीशु दा लहू सानू सारे पापां तो शुद्ध करता है। 9 आयत दे विच लिखा, जे असी ओहदे अगे अपने पापां दा इकरार करिए तां ओह साडे पापां नू माफ करन दे लई विश्वासयोग धर्मी है। स्वीकार करना है। इस हैकल नूं अगर परमेश्वर दे अगे पवित्र रखना है, इस हैकल नूं परमेश्वर दी महिमा दे लई तुसीं इस नूं सुसज्जित करना है, तां जरूरी है अंगीकार करना। कहण दा भाव तौबा करनी। तौबा करन दा मतलब मसीह यीशु दे विच, इस हैकल दे विच उसका पुनर्जीवित होना। जो नहीं है मेरे प्यारे असीस, ना तो साडे विच वास करता है, ना तो फिर साडे विच चलदा फिरदा है, ना असी उहदी परचा है। तिन्ने गल्लां जो इत्थे पौलुस रसूल कुरंथ दे विश्वासियां नूं अज साडे जो मसीह विच असी पैदा होए हां उहनां नूं इह गल कह रहा है। साडे विच मसीह यीशु दा जन्म होना जरूरी है। और जन्म किवें हो सकता है? जद तक मैं अपने पापां दा इकरार ओहदे अगे नहीं करदा हां। मैं ये नहीं आखदा प्रभु यीशु मसीह तुसी मेरे पापी दे लई इस दुनिया दे विच आए, तुसी मेरे पापी दे लई मारे गए, तुसी मेरे पापी दे लई वचन दे अनुसार तीसरे दिहाड़े जी उठे। हुण तुसी मेरे प्रभु, हुण मेरा जीवन मेरा नहीं तेरा है। गलातियां दी पुस्तक 2:20 दे विच कहंदा, हुण मैं जिंदा नहीं, मेरे विच मसीह जिंदा। जे मेरे विच मसीह जिंदा है तां इहदा मतलब मैं अपने आप नूं मसीह यीशु दे विच उस दे बलिदान दे नाल उस दी सलीब दे हेठां कट दित्ता ते हुण मैं मसीह विच जैवंत हो गया। जद तक मैं अपने इन्हां गुनाहां दा इकरार नहीं करता, उदों तक मैं परमेश्वर की संतान नहीं बनता। उदों तक परमेश्वर का मेरे विच वास नहीं होता। जदों तक मेरे विच परमेश्वर का वास नहीं होता, उदों तक मैं परमेश्वर की परचा नहीं। इत्थे कुरंथ दे विच जदों असीं पहला कुरंथ 10 अध्याय पढ़ते हाँ तां उस दे विच पौलुस रसूल साफ रीति नाल कहंदा है, परमेश्वर की हैकल नूं मूर्तियां नाल की वास्ता। फिर वो दूसरे शब्दां च कहंदा है, परमेश्वर की मेज दे विच मूर्त ते पूजक लोग शामिल नहीं हो सकते। मैं जदों उस वचन नूं पढ़दा हाँ तां ओह वचन मेरे जीवन नूं हिला के रख दिंदा है। क्यों? क्योंकि इत्थे परमेश्वर उस वचन दे नाल मैनूं कहंदा है, मैं आप दे नहीं पढ़ रहा, सगों मैं ये आखदा हाँ भाई ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜਾਉਂਦੀਆਂ ਹਨ ਭੂਤਾਂ ਲਈ ਚੜਾਉਂਦੀਆਂ ਹਨ, ਪਰਮੇਸ਼ਵਰ ਲਈ ਨਹੀਂ। ਅਤੇ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਭੂਤਾਂ ਦੇ ਸਾਂਝੀ ਬਣੋ। ਤੁਸੀਂ ਪ੍ਰਭੂ ਦਾ ਪਿਆਲਾ ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੀ ਮੇਜ਼ ਨਾਲੇ ਭੂਤਾਂ ਦੀ ਮੇਜ਼ ਦੋਵਾਂ ਦੇ ਸਾਂਝੀ ਨਹੀਂ ਹੋ ਸਕਦੇ। ਮੇਰੇ ਪਿਆਰੇ ਅਸੀਸ, ਪਰਮੇਸ਼ਵਰ ਚਾਹੁੰਦਾ ਹੈ कि असी परमेश्वर का मंदिर बनिए। पहला कुरंथियां 3 अध्याय 16 आयत दे विच साफ रीति नाल पौलुस कुरंथ दे विश्वासियों नूं कहंदा कि तुसीं नहीं जानते यू आर द टैंपल ऑफ गॉड, तुसीं परमेश्वर दे मंदिर हो।
क्यों कह रहा अविश्वासियों? क्योंकि विश्वासी लोग मसीह दे विच हो के भी संसार दे कम्मां दे विच अपने आप नूं कलीन कर रहे। मैं जानदा हाँ कई विश्वासी मसीह दे विच हो के वो संसार दे नाल संसार जिहे काम कर रहे हैं। इस हैकल दे विच, ये हैकल पवित्र होई है प्रभु यीशु मसीह दे लहू नाल। उस लहू दे नाल जदों पवित्र होई है तो असीं की कर रहे हैं? कई लोग तो कहते हैं भाई प्रार्थना करके ले लो और खा लो, कोई फर्क नहीं। फिर परमेश्वर के वचन च क्यों लिखना पिया? तुसी भूतां दी मेज नाले प्रभु की मेज दोनों दे विच शामिल नहीं हो सकते। साफ रीति ना सैपरेशन है, साफ रीति ना अलगाव है। असी संसार तो अलग किए गए लोग हाँ। प्रभु यीशु मसीह ने यूहन्ना 8:12 दे विच आख्या, जगत दा चानण मैं हाँ, जिहड़ा मेरे पिछे चलदा है वह हनेरे च ना चलेगा। इसदा मतलब बिल्कुल सैपरेशन। संसार दे नाल प्रभु दे लोकां दा कोई मेल नहीं। फिर असी संसार जिहे काम क्यों करिए? संसार जी साडे विच बनावट क्यों आवे? संसार जिहे ख्यालात साडे विच क्यों आउण? साडे विच उठना बैठना चलना फिरना मसीह दा होना चाहिए। पहला पतरस जदों असी उस दा 2 अध्याय उस दी 21 आयत तो पढ़ते हैं तो कहता है तुसी मसीह दी पैड़ ते तुरो। मसीह दी पैड़ संसार दी पैड़ तो नहीं सी, मसीह दी पैड़ स्वर्ग दी पैड़ सी, जिसनूं याकूब ने अपने जीवन च 27 अध्याय उत्पत्ति दे विच देखिया, 28 अध्याय उत्पत्ति दे विच देखिया। उसने देखिया कि एक पौड़ी स्वर्ग तो धरती के उत्ते लगी हुई है। ये पौड़ी कोई होर नहीं ला सकिया, ये यीशु मसीह है जिस दे नाल साडा रिश्ता जुड़िया है। वो कलीसिया तो स्वर्ग के विच जुड़ी हुई है। जे असी हजे भी इस मंदिर नूं, इस हैकल नूं संसार दे नाल जोड़ के चलते हाँ तो मेरे प्यारे अजीज, असी अपने परमेश्वर के प्रति घृणादायक काम अपने विच कर रहे। बाइबल च लिखा है परमेश्वर घृण करता है वो। तो फिर मैं संसार का नहीं, मेरा संसार के लोगों के नाल खाना पीना नहीं, उठना बैठना नहीं। मेरा संसार के लोगों नाल परमेश्वर की बाणी के नाल गलबात करना, परमेश्वर के नाल उन्हां दे जीवन दे विच विचार वटांदरा करना, बल्कि उन्हां दा स्वभाव, उन्हां दियां गल्लां, उन्हां दे जीवन दे काम मेरे विच नहीं आने चाहिए। मैं देखदा अजकल विश्वासी लोग जो मसीह दे विच है उन्हां दे बाल इत्थों ऐन कट हो गए, विश्वासी का रूप ही नहीं नज़र आता। मैं देखता हाँ अज विश्वासी लोग बार बार देखो ब्यूटी पार्लर्स विच घंटा घंटा अपने आप को बतीत करने की कोशिश कर, परमेश्वर के वचन के नाल नहीं। पौलुस नूं क्यों कहना कि इत्थे पौलुस नूं ये गल्लां क्यों करनियां पईयां? जदों पौलुस नूं ये गल्लां करनियां पईयां तो पौलुस 17 आयत दे विच इस हैकल दे प्रति की कहंदा है, इसलिए उन्हां विचों निकल आओ। संसार दे विचों निकलना पएगा, संसार दीयां गल्लां दे विचों निकलना पएगा, संसार दी बनावट विचों निकलना पएगा, संसार दे विचारां विचों निकलना पएगा। निकल आओ, अड होवो। बिल्कुल क्लीयर सैपरेशन दस्या है, अलगाव दस्या है, अड हो जाओ। तब प्रभु आखदा है मैं किसे भ्रिष्ट वस्तु नूं, किसे भ्रिष्ट वस्तु नूं हथ ना लाओ, मैं तुहानूं कबूल कर। यारे अजीज, बहुते लोग कहते हैं दिल साफ होना चाहिए, बाकी कोई गल नहीं। ये परमेश्वर के वचन ने क्यों किया किसे भ्रिष्ट वस्तु नूं हथ ना लाओ तो मैं तुहानूं कबूल कर लूँगा। और याकूब कहता है अमला बाजों विश्वास मुड़दा है,
ਤੇ ਜੇ ਅਸੀਂ ਅਮਲ ਹੀ ਨਹੀਂ ਕੀਤਾ ਵਚਨ ਨੂੰ, ਅਸੀਂ ਦਿਲ ਨੂੰ ਆਪਣਾ ਕਿਹਾ ਸਾਫ਼ ਹੈ, ਬਾਕੀ ਅਸੀਂ ਗੰਦਾ ਮੰਦਾ ਜੋ ਸੰਸਾਰ ਦਾ ਕੰਮ ਹੈ ਆਪਣੀ ਦੇਹ ਦੇ ਵਿੱਚ ਕਰਦੇ ਜਾ ਰਹੇ ਹਾਂ, ਤਾਂ ਅਸੀਂ ਪ੍ਰਭੂ ਦੇ ਲੋਕ ਨਹੀਂ। ਯਾਦ ਰੱਖਣਾ ਮੇਰੇ ਭਾਈ ਭੈਣ, ਪ੍ਰਭੂ ਆਪ ਨੂੰ ਆਪਣੇ ਇਸ ਜੀਵਨ ਦੇ ਵਿੱਚ ਪਰਮੇਸ਼ਰ ਦਾ ਮੰਦਿਰ ਬਣਾ ਕੇ ਆਪਣੀ ਭਗਤੀ ਦੇ ਲਈ ਆਪ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ। ਆਪ ਨੂੰ ਜਿਉਂਦਾ ਮੰਦਿਰ, ਜਿਉਂਦੀ ਹੈਕਲ ਬਣਾ ਕੇ ਇਸਤੇਮਾਲ ਕਰਨਾ ਚਾਹੁੰਦਾ ਹੈ। ਉਹ ਕਹਿੰਦਾ ਯੂ ਆਰ ਦਾ ਮਾਈ ਟੈਂਪਲ, ਤੁਸੀਂ ਮੇਰੇ ਮੰਦਿਰ ਹੋ। ਉਸ ਨੇ ਇਸ ਮੰਦਿਰ ਨੂੰ ਪਵਿੱਤਰ ਕਰਨ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਕੀਮਤ ਚੁਕਾਈ ਹੈ। ਜੇ ਤੁਸੀਂ ਉਸ ਕੀਮਤ ਨੂੰ ਸਮਝਦੇ ਹੋ, ਜੇ ਤੁਸੀਂ ਉਸ ਕੀਮਤ ਦੇ ਮੁੱਲ ਨੂੰ, ਉਸ ਦੇ ਬਲੀਦਾਨ ਨੂੰ ਸਮਝਦੇ ਹੋ, ਤਾਂ ਮੇਰੇ ਪਿਆਰੇ ਅਸੀਸ ਪ੍ਰਭੂ ਦਾ ਵਚਨ ਪੌਲਸ ਦੇ ਰਾਹੀਂ ਮੈਨੂੰ ਅਤੇ ਆਪ ਨੂੰ ਕਿਹਾ ਹੈ, ਉਹਨਾਂ ਵਿੱਚੋਂ ਨਿਕਲ ਆਓ। ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਸਵੀਕਾਰ ਕਰ ਲਵਾਂ। ਆਈ ਐਕਸੈਪਟ ਯੂ। ਤੁਸੀਂ ਉਹਨਾਂ ਤੋਂ ਸੈਪਰੇਟ ਹੋ ਜਾਓ, ਅਲੱਗ ਹੋ ਜਾਓ। ਯੂ ਆਰ ਮਾਈ ਟੈਂਪਲ। ਪਰਮੇਸ਼ਰ ਆਪ ਨੂੰ ਆਪਣਾ ਮੰਦਿਰ ਕਹਿੰਦਾ ਹੈ, ਜਿਉਂਦਾ ਮੰਦਿਰ। ਇਹ ਮਰਦਾ ਮੰਦਿਰ ਨਹੀਂ ਹੈ, ਇਸ ਦੇ ਵਿੱਚ ਮਰਦਾ ਗੱਲਾਂ ਨਹੀਂ ਹੈ। ਯਿਸੂ ਮਸੀਹ ਜ਼ਿੰਦਾ ਪਰਮੇਸ਼ਰ, ਉਸ ਨੇ ਆਪਣੇ ਲਹੂ ਦੇ ਨਾਲ, ਆਪਣੇ ਬਲੀਦਾਨ ਦੇ ਨਾਲ ਮੈਨੂੰ ਜ਼ਿੰਦਾ ਮੰਦਿਰ ਬਣਾਇਆ ਹੈ। ਉਸ ਨੇ, ਪੌਲਸ ਨੇ ਗਲਾਤੀਆਂ ਦੇ ਵਿੱਚ ਕਿਹਾ 2:20 ਦੇ ਵਿੱਚ, ਹੁਣ ਮੈਂ ਜ਼ਿੰਦਾ ਨਹੀਂ, ਮੇਰੇ ਵਿੱਚ ਮਸੀਹ ਜ਼ਿੰਦਾ ਹੈ, ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਉਸ ਨੇ ਮੈਨੂੰ ਪਰਮੇਸ਼ਰ ਦਾ ਜੀਵੰਤ ਮੰਦਿਰ ਬਣਾਇਆ। ਮੈਂ ਜਿਉਂਦਾ ਮੰਦਿਰ ਨਹੀਂ ਸੀ, ਮੇਰੇ ਵਿੱਚ ਸੜਿਆਨ ਸੀ, ਮੈਂ ਗੰਦਾ ਹੋ ਚੁੱਕਾ ਸੀ, ਮੈਂ ਪਲੀਤੀ ਦੇ ਵਿੱਚ ਸੀ। ਇਸ ਨੂੰ ਉਸ ਨੇ ਆਪਣੇ ਲਹੂ ਦੇ ਨਾਲ ਸ਼ੁੱਧ। ਇਸ ਲਈ ਜੇ ਤੁਸੀਂ ਪਰਮੇਸ਼ਰ ਦੇ ਜਿਉਂਦੇ ਮੰਦਿਰ ਬਣਨਾ ਚਾਹੁੰਦੇ ਹੋ, ਤਾਂ ਆਪਣੇ ਆਪ ਨੂੰ ਤੌਬਾ ਕਰਕੇ, ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਕੇ ਉਸ ਦੇ ਜਿਉਂਦੇ ਮੰਦਿਰ ਬਣ ਜਾਓ। ਜੇ ਤੁਸੀਂ ਜਿਉਂਦੇ ਮੰਦਿਰ ਬਣ ਚੁੱਕੇ ਹੋ, ਤਾਂ ਉਸ ਦੇ ਉਸ ਆਗਮਨ ਤੱਕ ਜਿਉਂਦੀ ਆਸ ਦੇ ਵਿੱਚ ਲੱਗੇ ਰਹੋ। ਜਦ ਉਹ ਆਵੇ ਤਾਂ ਇਸ ਮੰਦਿਰ ਨੂੰ ਆਪਣੇ ਨਾਲ ਲੈ ਲਵੋ, ਤਾਂ ਕਿ ਅਸੀਂ ਉਸ ਦੇ ਨਾਲ ਹਮੇਸ਼ਾ ਹਮੇਸ਼ਾ ਦੇ ਲਈ ਰਾਜ ਕਰ ਸਕੀਏ। ਪਰਮੇਸ਼ਰ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ ਔਰ ਆਪ ਨੂੰ ਜਿਉਂਦਾ ਮੰਦਿਰ ਬਣਨ ਦੇ ਲਈ ਆਪ ਦੀ ਸਹਾਇਤਾ ਕਰੇ। ਜੈ ਮਸੀਹ ਦੀ। ਮਹਾਰਾਜ।